हाँ जी स्टूडेंट्स, हुण आपां स्टार्ट करन जा रहे हैं 8th क्लास का चैप्टर 13 डायरैक्ट एंड इनवर्स प्रपोर्शन। ठीक है, चैप्टर स्टार्ट करने तो पहले अच्छी तरीके नाल समझ लेना है कि डायरैक्ट प्रपोर्शन की है और इनवर्स प्रपोर्शन की है। ठीक है, डायरैक्ट मतलब प्रपोर्शनस हमेशा डायरैक्ट ਦੇ ਵਿੱਚ ਹਮੇਸ਼ਾ ਆਪਣੇ ਕੋਲ ਵੈਸੇ ਤਾਂ ਦੋਨਾਂ ਦੇ ਵਿੱਚ ਦੋ ਕੁਆਂਟੀਟੀਜ਼ ਆਉਣਗੀਆਂ। ਠੀਕ ਹੈ, ਡਾਇਰੈਕਟ ਵਿੱਚ ਕੀ ਹੋਗਾ, ਜੇ ਇੱਕ ਕੁਆਂਟੀਟੀ ਜਿਹੜੀ ਸਾਡੀ ਇਨਕਰੀਜ਼ ਹੋ ਰਹੀ ਆ ਤਾਂ ਸੈਕਿੰਡ ਵੀ ਉਹਦੇ ਨਾਲ ਕੀ ਹੋਵੇ, ਇਨਕਰੀਜ਼ ਹੋਵੇ। ਦੈਟ ਮੀਨਸ ਤਾਂ ਉਹ ਕੀ ਹੋਊਗਾ, ਡਾਇਰੈਕਟ ਹੋਊਗਾ। ਠੀਕ ਹੈ, ਕਿ ਜੇ ਪਹਿਲੀ ਜਿਹੜੀ ਵੀ ਕੁਆਂਟੀਟੀ ਉਹ ਵੱਧ ਰਹੀ ਆ, ਦੂਸਰੀ ਵੀ ਉਹਦੇ ਨਾਲ ਕੀ ਹੋਣੀ ਚਾਹੀਦੀ ਹੈ, ਇਨਕਰੀਜ਼ ਹੋਣੀ ਚਾਹੀਦੀ ਹੈ। ਫੋਰ ਐਗਜ਼ਾਮਪਲ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਕਿ 1 ਕਿਲੋਗ੍ਰਾਮ ਜਿਹੜੀ ਸ਼ੂਗਰ ਹੈ ਉਹ ਸਾਨੂੰ ਮਿਲ ਰਹੀ ਹੈ 30 ਰੁਪੀਜ਼ ਦੀ। ਕਿੰਨੇ ਰੁਪੀਜ਼ ਦੀ, 30 ਦੀ। ਹੁਣ ਜੇ 1 ਕਿਲੋਗ੍ਰਾਮ ਸ਼ੂਗਰ 30 ਰੁਪੀਜ਼ ਦੀ ਆ ਤਾਂ 2 ਕਿਲੋਗ੍ਰਾਮ ਸ਼ੂਗਰ ਕਿੰਨੇ ਦੀ ਹੋਗੀ ਬਾਏ ਡਿਫੋਲਟ, 60 ਰੁਪੀਜ਼। ਯਾਨੀ ਕਿ ਜਿੰਨੀ ਕੁਆਂਟੀਟੀ ਇੱਧਰ ਇਨਕਰੀਜ਼ ਹੋਈ, ਇੱਧਰ ਵੀ 2 ਇਨਕਰੀਜ਼ ਹੋਇਆ ਅਤੇ ਇੱਧਰ ਵੀ ਉਹਦਾ 2 ਟਾਈਮ ਇਨਕਰੀਜ਼ ਹੋਇਆ। ਇਸ ਤਰ੍ਹਾਂ ਜੇ ਅਸੀਂ 5 ਕਿਲੋਗ੍ਰਾਮ ਸ਼ੂਗਰ ਲਵਾਂਗੇ ਤਾਂ ਉਹ ਆਪਾਂ ਨੂੰ ਕਿੰਨੇ ਦੀ ਮਿਲੂਗੀ, 5 × 30 ਯਾਨੀ ਕਿ 150 ਰੁਪੀਜ਼। ਜਿੰਨਾ ਚੇਂਜ ਇੱਧਰ ਇੱਕ ਕੁਆਂਟੀਟੀ 'ਚ ਹੋ ਰਿਹਾ ਉਨਾ ਹੀ ਚੇਂਜ ਦੂਸਰੀ 'ਚ ਹੋ ਰਿਹਾ, ਤਾਂ ਇਹ ਕਿਹੜੀ ਪ੍ਰਪੋਰਸ਼ਨ ਹੈ, ਡਾਇਰੈਕਟ ਪ੍ਰਪੋਰਸ਼ਨ। ਫੋਰ ਐਗਜ਼ਾਮਪਲ ਆਪਾਂ ਜਿੰਨੀ ਸਪੀਡ ਵਧਾਵਾਂਗੇ, ਠੀਕ ਹੈ, ਸੈਕਿੰਡ ਐਗਜ਼ਾਮਪਲ ਲੈ ਲੈਂਦੇ ਹਾਂ, ਉਨੀ ਚਲੋ ਇਹ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਹਾਂ 1 ਕਿਲੋਗ੍ਰਾਮ ਸ਼ੂਗਰ ਦਾ ਰੇਟ ਇੰਨਾ ਹੈ, ਸੈਕਿੰਡ ਦਾ ਇੰਨਾ ਹੈ ਸਾਡੇ ਕੋਲ। ਜਿਵੇਂ ਜਿਵੇਂ ਇੱਕ ਦੇ ਵਿੱਚ ਇਨਕਰੀਜ਼ ਹੋਊਗਾ ਦੂਸਰੀ ਸਾਈਡ ਵੀ ਉਨੀ ਤਰ੍ਹਾਂ ਇਨਕਰੀਜ਼ ਹੋਣੀ ਚਾਹੀਦੀ, ਤਾਂ ਉਹ ਕਿਹੜੀ ਪ੍ਰਪੋਰਸ਼ਨ ਹੈ, ਡਾਇਰੈਕਟ ਪ੍ਰਪੋਰਸ਼ਨ। ਠੀਕ ਹੈ, ਡਾਇਰੈਕਟ ਪ੍ਰਪੋਰਸ਼ਨ ਦੇ ਵਿੱਚ ਸਾਡੇ ਕੋਲ ਜੇ ਕੁਆਂਟੀਟੀ ਅਸੀਂ ਐਕਸ ਮੰਨ ਲੈਂਦੇ ਹਾਂ, ਵਾਈ ਮੰਨ ਲੈਂਦੇ ਹਾਂ, ਤਾਂ ਹਮੇਸ਼ਾ ਸਾਡੇ ਕੋਲ ਜਿਹੜੀ ਇਹ ਰੇਸ਼ੋ ਆ ਦੋਨਾਂ ਦੀ ਕੀ ਹੋਊਗੀ, ਪ੍ਰਪੋਰਸ਼ਨ ਹੋਊਗੀ। x1/y1 = x2/y2। ਠੀਕ ਹੈ, ਜੇ ਤਾਂ ਦੋਨੋਂ ਫਰੈਕਸ਼ਨ ਸਾਡੀਆਂ ਇਕੁਅਲ ਨੇ ਦੈਟ ਮੀਨਸ ਉਹ ਕੀ ਹੈ, ਡਾਇਰੈਕਟ, ਅਦਰਵਾਈਜ਼ ਇਨਵਰਸ। ਹੁਣ ਇਸੇ ਤਰ੍ਹਾਂ ਦੂਸਰੀ ਸਾਈਡ 'ਤੇ ਗੱਲ ਕਰ ਲੈਂਦੇ ਹਾਂ ਇਨਵਰਸ ਪ੍ਰਪੋਰਸ਼ਨ। ਇਹਦੇ 'ਤੇ ਆਪਾਂ ਕੀ ਕੀਤਾ, ਜੇ ਇੱਕ ਕੁਆਂਟੀਟੀ ਇਨਕਰੀਜ਼ ਹੋਈ ਤਾਂ ਦੂਸਰੀ ਵੀ ਕੀ ਹੋਈ, ਇਨਕਰੀਜ਼ ਹੋਈ। ਇਨਵਰਸ ਉਹਦਾ ਬਿਲਕੁਲ ਆਪੋਜ਼ਿਟ, ਜੇ ਇੱਕ ਕੁਆਂਟੀਟੀ ਆਪਾਂ ਇਨਕਰੀਜ਼ ਕਰ ਰਹੇ ਹਾਂ ਤਾਂ ਦੂਸਰੀ ਕੀ ਹੋਣੀ ਚਾਹੀਦੀ ਹੈ, ਡਿਕਰੀਜ਼। ਮਤਲਬ ਜੇ ਇੱਧਰ ਇਨਕਰੀਜ਼ ਕਰ ਰਹੇ ਤਾਂ ਇੱਧਰ ਕੀ ਹੋਊਗਾ, ਡਿਕਰੀਜ਼ ਹੋਊਗਾ। ਹੁਣ ਇਹਦੀ ਐਗਜ਼ਾਮਪਲ ਬੈਸਟ ਆਪਾਂ ਮੰਨ ਲੈਂਦੇ ਹਾਂ ਕਿ ਕੋਈ ਵੀ ਇੱਕ ਕੰਮ ਹੈ, ਠੀਕ ਹੈ, ਜੇ ਉਹਦੇ ਲਈ 5 ਵਰਕਰਸ ਲੱਗੇ ਹੋਏ ਨੇ, ਠੀਕ ਆ, ਤਾਂ ਉਹ ਉਸ ਕੰਮ ਨੂੰ ਮੰਨ ਲਓ 10 ਆਵਰਸ ਵਿੱਚ ਫਿਨਿਸ਼ ਕਰਦੇ ਆ। ਠੀਕ ਹੈ, 5 ਵਰਕਰਸ ਨੇ ਅਤੇ ਕਿੰਨੇ ਘੰਟਿਆਂ 'ਚ ਕੰਮ ਖਤਮ ਕਰਦੇ, 10 ਘੰਟਿਆਂ 'ਚ। ਹੁਣ ਜੇ ਆਪਾਂ ਨੰਬਰ ਆਫ ਵਰਕਰ ਇਨਕਰੀਜ਼ ਕਰ ਦੇਵਾਂਗੇ, ਹੈ ਨਾ, ਮੰਨ ਲਓ ਆਪਾਂ ਨੰਬਰ ਆਫ ਵਰਕਰ ਕੀ ਕਰ ਦਿੰਦੇ ਹਾਂ, 5 ਤੋਂ ਡਬਲ ਕਰ ਦਿੰਦੇ ਹਾਂ, 10 ਵਰਕਰ ਕਰ ਦਿੰਦੇ ਹਾਂ। ਹੁਣ ਉਹ 10 ਵਰਕਰਸ ਟਾਈਮ ਕੀ ਲਗਾਉਣਗੇ, ਘੱਟ ਟਾਈਮ ਲਗਾਉਣਗੇ, ਅਤੇ ਉਹ 10 ਵਰਕਰਸ ਹੋ ਸਕਦਾ ਉਸ ਟਾਈਮ ਨੂੰ, ਜਸਟ ਆਪਾਂ ਇੱਕ ਅੰਦਾਜ਼ਾ ਲਗਾ ਕੇ ਚੱਲਦੇ ਹਾਂ, ਉਸ ਕੰਮ ਨੂੰ 6 ਆਵਰਸ ਦੇ ਵਿੱਚ ਜਾਂ 7 ਆਵਰਸ ਦੇ ਵਿੱਚ ਕੀ ਕਰ ਦੇਣ, ਕੰਪਲੀਟ ਕਰ ਦੇਣ। ਹੁਣ ਦੇਖੋ ਇੱਧਰ ਕੁਆਂਟੀਟੀ ਇਨਕਰੀਜ਼ ਹੋਈ, ਅਸੀਂ 5 ਤੋਂ ਵਧਾ ਕੇ 10 ਕਰ ਦਿੱਤਾ, ਬਟ ਇੱਧਰ ਟਾਈਮਿੰਗ ਕੀ ਹੋ ਗਈ, ਡਿਕਰੀਜ਼। ਜਦੋਂ ਇੱਕ ਸਾਈਡ ਇਨਕਰੀਜ਼ ਹੋ ਰਿਹਾ ਦੂਸਰਾ ਡਿਕਰੀਜ਼ ਹੋ ਰਿਹਾ, ਤਾਂ ਇਹ ਕਿਹੜੀ ਪ੍ਰਪੋਰਸ਼ਨ ਆ, ਇਨਵਰਸ ਪ੍ਰਪੋਰਸ਼ਨ। ਠੀਕ ਹੈ ਰਾਜੇ, ਔਰ ਇਹਦੇ ਵਿੱਚ ਆਪਾਂ ਕੀ ਲੈ ਲੈਣਾ, ਦੋਨੋਂ ਕੁਆਂਟੀਟੀਜ਼ x1 × y1 ਇਕੁਅਲ ਕਿਤੇ ਹੋਊਗਾ x2 × y2 ਦੇ। ਠੀਕ ਹੈ ਰਾਜੇ।